Hello students, welcome back again. In previous lecture we did exercise 5a. Today we will discuss our new topic, that is standard form of complex number. ਜਿਵੇਂ ਬੱਚੇ 10th ਕਲਾਸ 'ਚ ਆਪਾਂ ਨੇ ਲੀਨੀਅਰ ਇਕੁਏਸ਼ਨ ਦੀ ਸਟੈਂਡਰਡ ਫਾਰਮ ਪੜ੍ਹੀ ਸੀ ਜਾਂ ਹੋਰ ਬਹੁਤ ਸਾਰੀਆਂ ਸਟੈਂਡਰਡ ਫਾਰਮਸ ਪੜ੍ਹੀਆਂ ਹੋਣਗੀਆਂ। ਫੋਰ ਐਗਜ਼ਾਮਪਲ ਆ ਲੀਨੀਅਰ ਇਕੁਏਸ਼ਨ ਦੀ ਸਟੈਂਡਰਡ ਫਾਰਮ ਹੈ। ਸਿਮਿਲਰਲੀ ਆਪਣੇ ਕੋਲ ਐਵੇਂ ਕੰਪਲੈਕਸ ਨੰਬਰ ਦੀ ਵੀ ਇੱਕ ਸਟੈਂਡਰਡ ਫਾਰਮ ਹੁੰਦੀ ਹੈ, ਉਹ ਹੈਗੀ ਆਪਣੇ ਕੋਲ x ਪਲਸ ਓਏਟਾ y। ਇਹ ਕੰਪਲੈਕਸ ਨੰਬਰ ਦੀ ਕੀ ਹੈ ਬੱਚੇ, ਆਪਣੇ ਕੋਲ ਸਟੈਂਡਰਡ ਫਾਰਮ ਹੈ। ਇਸ ਦੇ ਵਿੱਚ ਜਿਹੜਾ x ਹੈ ਉਹ ਆਪਣੇ ਕੋਲ ਹੈਗਾ ਰੀਅਲ ਪਾਰਟ, ਐਂਡ ਜਿਹੜਾ ਆਹ ਹੈ ਇਹ ਆਪਣੇ ਕੋਲ ਹੈਗਾ ਇਮੇਜਨਰੀ ਪਾਰਟ। ਠੀਕ ਹੈ ਬੱਚੇ, ਬਟ ਜਿਹੜੇ x ਐਂਡ y ਨੇ ਇਹ ਬਹੁਤ ਬਿਲੋਂਗ ਕਰਦੇ ਨੇ ਰੀਅਲ ਨੰਬਰ ਨੂੰ, ਮੀਨਸ ਇਹ ਵੀ ਰੀਅਲ ਨੰਬਰ ਹੋਊਗਾ ਤੇ ਇਹ ਵੀ ਰੀਅਲ ਨੰਬਰ ਹੋਊਗਾ। ਐਂਡ ਜੋ ਸਟੈਂਡਰਡ ਫਾਰਮ ਹੈ x ਪਲਸ ਓਏਟਾ y, ਇਸ ਨੂੰ ਡਿਨੋਟ ਕੀਤਾ ਜਾਂਦਾ z ਨਾਲ। ਮੀਨਸ ਇੱਥੇ ਆਪਣੇ ਕੋਲ z ਕੀ ਡਿਨੋਟ ਕਰਦਾ ਹੈ, ਕੰਪਲੈਕਸ ਨੰਬਰ। ਠੀਕ ਹੈ, ਵੇਅਰ z ਇਜ਼ ਕੰਪਲੈਕਸ ਨੰਬਰ। ਠੀਕ ਹੈ ਬੱਚੇ, ਐਂਡ ਜੋ ਰੀਅਲ ਪਾਰਟ ਹੈ x ਰੀਅਲ ਪਾਰਟ ਹੈ, ਇਸ ਨੂੰ ਡਿਨੋਟ ਕੀਤਾ ਜਾਂਦਾ ਰੀਅਲ ਪਾਰਟ ਨੂੰ RE ਨਾਲ। ਠੀਕ ਹੈ, ਇਹ ਆਪਣੇ ਕੋਲ ਹੈਗਾ ਰੀਅਲ ਪਾਰਟ ਆਫ z ਇਜ਼ ਇਕੁਅਲ ਟੂ x। ਨੈਕਸਟ ਅਗਰ ਆਪਣੇ ਕੋਲ ਇਮੇਜਨਰੀ ਪਾਰਟ ਹੈ, ਉਸ ਨੂੰ ਡਿਨੋਟ ਕਰਦੇ ਹਾਂ ਆਪਾਂ ਇਸ ਡਿਨੋਸ਼ਨ ਨਾਲ I ਦੇ ਪੈਰ 'ਚ ਕੀ m ਇਜ਼ ਇਕੁਅਲ ਟੂ y। ਇਮੇਜਨਰੀ ਪਾਰਟ ਆਫ z ਕੀ ਹੈ ਆਪਣੇ ਕੋਲ y। ਇਹਦੀਆਂ ਜਿਹੜੀਆਂ ਵੈਲਿਊਜ਼ ਹੋਣਗੀਆਂ ਉਹ ਰੀਅਲ ਹੁੰਦੀਆਂ ਨੇ। ਠੀਕ ਹੈ, ਇਹ ਆਪਣੇ ਕੋਲ ਪਾਰਟ ਨੇ, ਰੀਅਲ ਪਾਰਟ ਐਂਡ ਇਮੇਜਨਰੀ ਪਾਰਟ। ਫੋਰ ਐਗਜ਼ਾਮਪਲ ਅਗਰ ਆਪਾਂ ਇੱਕ ਐਗਜ਼ਾਮਪਲ ਲਈਏ ਲਾਈਕ 3 ਪਲਸ 5 ਓਏਟਾ। ਠੀਕ ਹੈ ਬੱਚੇ, ਉਸ ਦੇ ਵਿੱਚ ਆਪਣੇ ਕੋਲ ਜੋ ਆਹ ਕਿਹੜੀ ਫਾਰਮ ਬਣ ਗਈ, ਕੰਪਲੈਕਸ ਨੰਬਰ ਦੀ। ਮੀਨਸ ਇਸ ਨੂੰ ਦੇਖ ਕੇ ਪਤਾ ਲੱਗ ਗਿਆ ਆਪਾਂ ਨੂੰ ਕਿ ਆਹ ਕਿਹੜੀ ਫਾਰਮ ਹੈ, ਕੰਪਲੈਕਸ ਨੰਬਰ ਦੀ ਫਾਰਮ ਹੈ, ਕਿਉਂਕਿ ਇਸ ਦੇ ਵਿੱਚ ਇੱਕ ਰੀਅਲ ਪਾਰਟ ਹੈ ਐਂਡ ਇੱਕ ਇਮੇਜਨਰੀ ਪਾਰਟ ਹੈ। ਆਪਾਂ ਇਹਦੇ ਨਾਲ ਕੰਪੇਅਰ ਕਰੀਏ ਤਾਂ ਆਪਾਂ ਨੂੰ ਕਲੀਅਰਲੀ ਦਿਖ ਰਿਹਾ ਕਿ ਇਹ ਕੰਪਲੈਕਸ ਨੰਬਰ ਦੀ ਫਾਰਮ ਹੈ। ਨੈਕਸਟ ਬੱਚੇ ਆਪਣੇ ਕੋਲ ਇਕੁਐਲਿਟੀ ਆਫ two complex number। ਇਕੁਐਲਿਟੀ ਮੀਨਸ ਇਕੁਏਟ, ਇਕੁਅਲ ਕਰਨਾ। ਅਗਰ ਆਪਣੇ ਕੋਲ 2 ਕੰਪਲੈਕਸ ਨੰਬਰ ਨੇ ਤਾਂ ਆਪਾਂ ਇਕੁਏਟ ਕਿਵੇਂ ਕਰ ਸਕਦੇ ਹਾਂ ਉਸ ਨੂੰ। ਫੋਰ ਐਗਜ਼ਾਮਪਲ ਬੱਚੇ x ਪਲਸ ਓਏਟਾ y, ਇਹ ਆਪਣੇ ਕੋਲ ਇੱਕ ਕੰਪਲੈਕਸ ਨੰਬਰ ਹੈ। ਐਂਡ ਇੱਕ ਆਪਣੇ ਕੋਲ ਸੈਕਿੰਡ ਹੈਗਾ, ਇਹ ਹੈਗਾ ਸੇ z1, ਇਹ ਹੈਗਾ ਸੇ z2। ਇਸ ਨੂੰ ਆਪਾਂ x2 ਓਏਟਾ y2 ਕੰਸੀਡਰ ਕਰ ਲਿਆ। ਠੀਕ ਹੈ, ਆਪਣੇ ਕੋਲ 2 ਜਰਨਲ ਕੰਪਲੈਕਸ ਨੰਬਰ ਨੇ ਤੇ ਇਹਨਾਂ ਨੂੰ ਹੁਣ ਆਪਾਂ ਨੇ ਇਕੁਏਟ ਕਰਨਾ ਹੈ। ਇਕੁਏਟ ਦਾ ਮੀਨਿੰਗ ਹੈ ਕਿ ਇਹਨਾਂ ਨੂੰ ਇਕੁਅਲ ਕਰਨਾ ਹੈ। z1 ਇਜ਼ ਇਕੁਅਲ ਟੂ z2 ਇਕੁਏਸ਼ਨ ਲਗਾਉਣੀ ਹੈ। ਠੀਕ ਹੈ, ਇਕੁਏਟ ਦੀ। ਤਾਂ ਇੱਥੇ ਆਪਣੇ ਕੋਲ z1 ਹੈ x1 ਪਲਸ ਓਏਟਾ y1 ਐਂਡ z2 ਹੈ ਬੱਚੇ ਆਪਣੇ ਕੋਲ x2 ਪਲਸ ਓਏਟਾ y2। ਤਾਂ ਹੁਣ ਇਹਦੇ ਵਿੱਚ ਇਕੁਏਟ ਕਿਵੇਂ ਹੁੰਦੇ ਨੇ, ਜਿਹੜੇ ਤਾਂ ਰੀਅਲ ਪਾਰਟਸ ਨੇ ਉਹ ਰੀਅਲ ਨਾਲ ਇਕੁਏਟ ਹੁੰਦੇ ਨੇ ਐਂਡ ਜੋ ਆਪਣੇ ਕੋਲ ਇਮੇਜਨਰੀ ਪਾਰਟ ਨੇ ਉਹ ਇਮੇਜਨਰੀ ਨਾਲ ਇਕੁਅਲ ਹੁੰਦੇ ਨੇ। ਲਾਈਕ x1 ਕਿਸ ਦੇ ਇਕੁਅਲ ਆਊਗਾ ਬੱਚੇ, x2 ਦੇ, ਐਂਡ ਜਿਹੜਾ ਇਮੇਜਨਰੀ ਪਾਰਟ ਹੈ y1 ਕਿਸ ਦੇ ਇਕੁਅਲ ਆਊਗਾ, y2 ਦੇ। ਇਹ ਹੈਗਾ ਫੋਰ ਰੀਅਲ ਐਂਡ ਇਹ ਹੈਗਾ ਬੱਚੇ ਆਪਣੇ ਕੋਲ ਫੋਰ ਇਮੇਜਨਰੀ। ਕਲੀਅਰ, ਕੁਐਸਚਨ 'ਚ ਜ਼ਿਆਦਾ ਕਲੀਅਰ ਹੋਊਗਾ ਜਦੋਂ ਇਸ ਟਾਈਪ ਦੇ ਕੁਐਸਚਨ ਆਉਣਗੇ ਆਪਣੇ ਕੋਲ। ਐਂਡ ਇਹਦੇ ਵਿੱਚ ਓਏਟਾ ਕਿਉਂ ਨਹੀਂ ਕੰਸੀਡਰ ਕਰਿਆ ਆਪਾਂ ਨੇ, ਓਏਟਾ y1 ਤੇ ਓਏਟਾ y2, ਬਿਕੋਜ਼ ਜਦੋਂ ਆਪਾਂ ਇੱਥੇ ਕੰਸੀਡਰ ਕਰਾਂਗੇ ਤਾਂ ਓਏਟਾ ਨਾਲ ਓਏਟਾ ਤਾਂ ਕੈਂਸਲ ਆਊਟ ਹੀ ਹੋ ਜਾਊਗਾ। ਠੀਕ ਹੈ, ਤਾਂ ਜਸਟ y1 ਇਜ਼ ਇਕੁਅਲ ਟੂ y2 ਹੀ ਆਊਗਾ ਆਪਣੇ ਕੋਲ। ਨੈਕਸਟ ਬੱਚੇ ਆਪਣੇ ਕੋਲ ਟੌਪਿਕ ਹੈ ਪਿਓਰਲੀ ਰੀਅਲ and purely imaginary।
ਬੱਚੇ ਪਿਓਰਲੀ ਰੀਅਲ ਹੁੰਦੇ ਨੇ, ਲਾਈਕ ਇੱਕ ਆਪਣੇ ਕੋਲ ਆਹ ਕੰਪਲੈਕਸ ਨੰਬਰ ਹੈ x ਪਲਸ ਓਏਟਾ y, ਠੀਕ ਹੈ, ਜਰਨਲ ਇਕੁਏਸ਼ਨ ਹੈ। ਤਾਂ ਇਹਦੇ ਵਿੱਚ ਪਿਓਰਲੀ ਰੀਅਲ ਕਦੋਂ ਹੋਊਗਾ ਇਹ, ਜਦੋਂ ਆਪਣੇ ਕੋਲ ਇਮੇਜਨਰੀ ਪਾਰਟ ਹੋਣਾ ਹੀ ਨਹੀਂ, ਠੀਕ ਹੈ। ਇਟ ਮੀਨਸ ਜਦੋਂ ਆਪਣੇ ਕੋਲ y 0 ਹੋਊਗਾ ਤਾਂ z ਕਿੰਨਾ ਆਊਗਾ ਆਪਣੇ ਕੋਲ x ਪਲਸ ਓਏਟਾ y, ਇਟ ਮੀਨਸ z ਆਊਗਾ ਆਪਣੇ ਕੋਲ x, ਕਿਉਂਕਿ y ਕਿੰਨਾ ਆਪਣੇ ਕੋਲ 0, ਤਾਂ z ਦੀ ਵੈਲਿਊ ਕੀ ਆ ਗਈ, z ਇੱਥੇ ਕੀ ਡਿਨੋਟ ਕਰ ਰਿਹਾ ਕੰਪਲੈਕਸ ਨੰਬਰ, ਤਾਂ ਕੰਪਲੈਕਸ ਨੰਬਰ ਕੀ ਆ ਗਿਆ ਆਪਣੇ ਕੋਲ x, ਤੇ x ਕੀ ਹੈ ਆਪਣੇ ਕੋਲ ਰੀਅਲ ਪਾਰਟ, ਤੁਹਾਨੂੰ ਦੱਸਿਆ ਸੀ ਕਿ ਆਹ ਰੀਅਲ ਪਾਰਟ ਹੁੰਦਾ ਹੈ। ਤਾਂ ਇਟ ਮੀਨਸ ਜਦੋਂ ਆਪਣੇ ਕੋਲ y 0 ਹੋਊਗਾ ਤਾਂ ਆਪਣਾ ਕੰਪਲੈਕਸ ਨੰਬਰ ਕੀ ਹੋਊਗਾ, ਪਿਓਰਲੀ ਰੀਅਲ। ਕਲੀਅਰ ਹੈ। ਸਿਮਿਲਰਲੀ ਐਵੇਂ ਜਦੋਂ ਬੱਚੇ ਆਪਣੇ ਕੋਲ y x 0 ਹੋਊਗਾ, then ਕੰਪਲੈਕਸ ਨੰਬਰ ਆਪਣੇ ਕੋਲ ਆ ਹੈ, then z 0 plus ਓਏਟਾ y, ਤਾਂ z is equal to ਕਿੰਨਾ ਆ ਗਿਆ ਬੱਚੇ ਆਪਣੇ ਕੋਲ, z is equal to ਓਏਟਾ y। ਤਾਂ ਇਹ ਕੀ ਇਸ 'ਚ ਰੀਅਲ ਪਾਰਟ ਨਹੀਂ ਹੈ ਨਾ, ਇਟ ਮੀਨਸ ਇਹ ਕੀ ਆਪਣੇ ਕੋਲ ਪਿਓਰਲੀ ਇਮੇਜਨਰੀ ਪਾਰਟ। ਕਲੀਅਰ ਹੈ ਬੱਚੇ। ਨਾਓ ਹੁਣ ਆਪਾਂ ਕਰਦੇ ਹਾਂ ਐਕਸਰਸਾਈਜ਼ 5B, ਇਸ ਦੇ ਰਿਲੇਟਡ ਜੋ ਕੁਐਸਚਨ ਨੇ। Our first question is write the following as complex number. First part है अपना square root of -27। ਹੁਣ ਇਸ ਨੂੰ ਕੰਪਲੈਕਸ ਦੀ ਫਾਰਮ 'ਚ ਲਿਖਣਾ ਹੈ, ਬਟ ਇਸ ਨੂੰ ਇਵੈਲੂਏਟ ਕਰਨਾ ਜਾਂ ਸੋਲਵ ਕਰਨਾ ਉਹ ਮੈਂ ਤੁਹਾਨੂੰ ਪਿਛਲੀ ਐਕਸਰਸਾਈਜ਼ ਦੱਸਿਆ ਹੋਇਆ ਕਿ ਇਸ ਨੂੰ ਆਪਾਂ ਕਿਵੇਂ ਡੀਲ ਕਰ ਸਕਦੇ ਹਾਂ ਜਦੋਂ ਸਕੁਅਰ ਰੂਟ ਦੇ ਵਿੱਚ ਨੈਗੇਟਿਵ ਸਾਈਨ ਆ ਜੇ। ਤਾਂ ਪਹਿਲਾਂ ਤਾਂ ਇਸ ਨੂੰ ਥੋੜਾ ਜਿਹਾ ਸਿੰਪਲੀਫਾਈ ਕਰੋ, ਲਾਈਕ ਪ੍ਰੀਵੀਅਸ ਐਕਸਰਸਾਈਜ਼ -1 ਮਲਟੀਪਲਾਈ 27, ਤੇ ਇਸ 'ਚ ਕੀ ਆ ਜਾਊਗਾ -1 ਦਾ ਸਕੁਅਰ ਰੂਟ ਅਲੱਗ ਹੋ ਜਾਊਗਾ ਐਂਡ 27 ਦਾ ਸਕੁਅਰ ਰੂਟ ਅਲੱਗ ਹੋ ਜਾਊਗਾ। ਇਹ ਪ੍ਰੋਪਰਟੀ ਹੁੰਦੀ ਹੈ ਸਕੁਅਰ ਰੂਟ ਦੀ ਕਿ ਸਕੁਅਰ ਰੂਟ ਅਲੱਗ-ਅਲੱਗ ਹੋ ਜਾਂਦੇ ਨੇ ਅਗਰ ਦੋ ਮਲਟੀਪਲ 'ਚ ਟਰਮ ਨੇ। ਐਂਡ -√1 ਇਹ ਆਪਾਂ ਨੂੰ ਪਤਾ ਹੈ ਐਜ਼ ਵੀ ਨੋ ਕਿ ਓਏਟਾ ਦੀ ਵੈਲਿਊ ਹੁੰਦੀ ਹੈ ਸਕੁਅਰ ਰੂਟ ਆਫ -1, ਤਾਂ ਇੱਥੇ ਆਪਾਂ ਓਏਟਾ ਪੁੱਟ ਕਰ ਦਾਂਗੇ ਐਂਡ ਸਕੁਅਰ ਰੂਟ ਆਫ 27, ਤਾਂ ਆਪਣੇ ਕੋਲ ਕੰਪਲੀਟਲੀ ਕੀ ਆ ਗਿਆ √27 ਓਏਟਾ ਆ ਗਿਆ। ਠੀਕ ਹੈ, ਤਾਂ ਇਹਨੂੰ ਕੰਪਲੈਕਸ ਫਾਰਮ 'ਚ ਲਿਖਤਾ ਆਪਾਂ ਨੇ। ਕਿਵੇਂ ਰਾਈਟ ਕਰ ਸਕਦੇ ਹਾਂ ਬੱਚੇ, √-27 ਨੂੰ ਰਾਈਟ ਕਰਤਾ 0 ਪਲੱਸ ਓਏਟਾ √27। ਠੀਕ ਹੈ, ਮਤਲਬ ਇਸ ਫਾਰਮ ਨੂੰ ਆਪਾਂ ਨੇ ਕਿਹੜੀ ਫਾਰਮ 'ਚ ਕਨਵਰਟ ਕਰਿਆ, ਕੰਪਲੈਕਸ ਦੀ ਨੰਬਰ ਦੀ ਫਾਰਮ 'ਚ। ਤਾਂ ਉਹਨਾਂ ਨੇ ਸਪੈਸ਼ਲੀ ਪੁੱਛਿਆ ਵੀ ਇਹੀ ਸੀ ਆਪਣੇ ਕੋਲ, ਰਾਈਟ ਦਾ ਫੋਲੋਇੰਗ ਐਸ ਕੰਪਲੈਕਸ ਨੰਬਰ। ਹੁਣ ਇਹ ਕਿਵੇਂ ਪਤਾ ਲੱਗ ਗਈ ਕੰਪਲੈਕਸ ਨੰਬਰ ਹੈ, ਕਿਉਂਕਿ ਹੁਣੀ ਆਪਾਂ ਡੈਫੀਨੇਸ਼ਨ ਪੜ੍ਹੀ ਹੈ ਕਿ ਜਿਸ 'ਚ ਇੱਕ ਰੀਅਲ ਪਾਰਟ ਹੋਵੇ x ਪਲੱਸ ਓਏਟਾ y, ਉਹ ਕਿਹੜੀ ਫਾਰਮ ਹੁੰਦੀ ਹੈ ਆਪਣੇ ਕੋਲ, ਕੰਪਲੈਕਸ ਨੰਬਰ ਦੀ ਫਾਰਮ। ਠੀਕ ਹੈ, ਸਿਮਿਲਰਲੀ ਆਪਣੇ ਕੋਲ ਨੈਕਸਟ ਪਾਰਟ ਹੈ ਸੈਕਿੰਡ, ਸਕੁਅਰ ਰੂਟ ਆਫ x। ਸਕੁਅਰ ਰੂਟ ਆਫ x ਬੱਚੇ ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ ਕੰਪਲੈਕਸ ਨੰਬਰ ਦੀ ਫਾਰਮ 'ਚ। ਇਸ ਦੇ ਨਾਲ ਓਏਟਾ ਤਾਂ ਹੈ ਨਹੀਂ, ਜਸਟ ਇਸ ਨੂੰ ਲਿਖ ਦਿਓ √x ਪਲੱਸ ਓਏਟਾ 0, ਮੀਨਸ ਓਏਟਾ ਵਾਲੀ ਫਾਰਮ ਹੁਣ ਇੱਥੇ ਕੀ ਹੈ ਆਪਣੇ ਕੋਲ 0 ਹੈ। ਥਰਡ ਕੁਐਸਚਨ 1 ਪਲੱਸ ਸਕੁਅਰ ਰੂਟ ਆਫ -√1, ਇਸ ਨੂੰ ਕੰਪਲੈਕਸ ਫਾਰਮ ਦੇ ਵਿੱਚ ਕਨਵਰਟ ਕਰਨਾ ਹੈ ਆਪਾਂ ਨੇ। ਹੁਣ 1 ਤਾਂ ਐਜ਼ ਇਟ ਇਜ਼ ਹੀ ਹੈ, ਬਟ ਜੋ ਸਕੁਅਰ ਰੂਟ ਆਫ -1 ਹੈ ਇਸ ਨੂੰ ਆਪਾਂ ਕੀ ਰਾਈਟ ਕਰ ਸਕਦੇ ਹਾਂ, ਓਏਟਾ, ਬਿਕੋਜ਼ ਆਪਾਂ ਨੂੰ ਪਤਾ ਓਏਟਾ ਦੀ ਵੈਲਿਊ ਕਿੰਨੀ ਹੁੰਦੀ ਹੈ ਸਕੁਅਰ ਰੂਟ ਆਫ -1। ਤਾਂ ਇਹ ਕਿਹੜੀ ਫਾਰਮ ਹੋ ਗਈ, ਇੱਕ ਰੀਅਲ ਪਾਰਟ ਹੈ, ਇੱਕ ਕੰਪਲੈਕਸ ਪਾਰਟ ਹੈ, ਤਾਂ ਇਹ ਕੰਪਲੈਕਸ ਨੰਬਰ ਦੀ ਫਾਰਮ ਹੋ ਗਈ। ਅਗੇਨ ਇੱਕ ਆਪਣੇ ਕੋਲ ਪਾਰਟ ਹੈ ਸੈਕਿੰਡ ਦਾ ਥਰਡ ਪਾਰਟ,
ਇਸ ਦੇ ਵਿੱਚ ਰਿਮੇਨਿੰਗ ਪਾਰਟ ਰਹਿ ਗਏ ਸੈਕਿੰਡ ਦੇ, ਫਸਟ ਸੈਕਿੰਡ ਐਂਡ ਫਸਟ ਦਾ ਵੀ ਪਾਰਟ, ਉਹ ਤੁਸੀਂ ਆਪਣੇ ਆਪ ਟਰਾਈ ਕਰੋਗੇ ਬੱਚੇ। ਸਕੁਏਅਰ ਰੂਟ ਆਫ 3 2 ਮਾਈਨਸ ਸਕੁਏਅਰ ਰੂਟ ਆਫ 2 ਮਾਈਨਸ 2/7, ਇਸ ਨੂੰ ਕਨਵਰਟ ਕਰਨਾ ਆਪਾਂ ਨੇ ਕੰਪਲੈਕਸ ਨੰਬਰ ਦੀ ਫਾਰਮ ਦੇ ਵਿੱਚ। ਹੁਣ ਇਹ ਤਾਂ ਐਜ਼ ਇਟ ਇਜ਼ ਹੀ ਰਹੂਗਾ, ਸਕੁਏਅਰ ਰੂਟ ਆਫ 3 ਡਿਵਾਈਡ ਬਾਈ 2 ਮਾਈਨਸ, ਹੁਣ ਜੋ ਆਹ ਸਕੁਏਅਰ ਰੂਟ ਆਫ -2 ਹੈ, ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ, 2 ਓਇਟਾ ਰਾਈਟ ਕਰ ਸਕਦੇ ਆ ਨਾ, ਸਕੁਏਅਰ ਰੂਟ ਆਫ 2 ਓਇਟਾ ਅਪੋਨ 7। ਠੀਕ ਹੈ, ਹੁਣ ਇਹ ਕਿਹੜੀ ਫਾਰਮ ਹੈ ਬੱਚੇ ਆਪਣੇ ਕੋਲ, ਕੰਪਲੈਕਸ ਨੰਬਰ ਦੀ, ਬਿਕੋਜ਼ ਇਸ ਦੇ ਵਿੱਚ ਇੱਕ ਰੀਅਲ ਪਾਰਟ ਹੈ ਐਂਡ ਇੱਕ ਹੀ ਆਪਣੇ ਕੋਲ ਇਮੇਜਨਰੀ ਪਾਰਟ। ਠੀਕ ਹੈ ਨਾ। ਨੈਕਸਟ ਬੱਚੇ ਕੋਲ ਆਪਣੇ ਕੋਲ ਹੈਗਾ ਥਰਡ ਕੁਐਸਚਨ, ਰਾਈਟ the real and imaginary part। फर्स्ट पार्ट है थर्ड दा 7 इज द रियल एंड इमेजनरी पार्ट कढना है। जो भी अपने रियल एंड इमेजनरी पार्ट कढना है तो पहला इसनू कन्वर्ट करो कंपलैक्स नंबर की फॉर्म दे विच, ਤਾਂ ਆਪਾਂ ਫਿਰ ਉੱਥੋਂ ਜੱਜ ਕਰ ਸਕਦੇ ਹਾਂ ਕਿ ਰੀਅਲ ਪਾਰਟ ਕਿਹੜਾ ਐਂਡ ਕੰਪਲੈਕਸ ਪਾਰਟ ਕਿਹੜਾ। ਹੁਣ 7 ਨੂੰ ਆਪਾਂ ਕੰਪਲੈਕਸ ਨੰਬਰ ਦੀ ਫਾਰਮ 'ਚ ਕਿਵੇਂ ਲਿਖ ਸਕਦੇ ਹਾਂ, 7 + 0 8 ਆ। ਹੁਣ ਹੀ ਆਪਾਂ ਸੈਕਿੰਡ ਪਾਰਟ 'ਚ ਪੜ੍ਹਿਆ ਕਿ ਕੰਪਲੈਕਸ ਨੰਬਰ ਦੀ ਫਾਰਮ ਕਿਵੇਂ ਬਣਾਉਣੀ ਹੈ। ਤਾਂ ਇਹਦੇ ਵਿੱਚ ਜਿਹੜਾ 7 ਹੈ ਉਹ ਕੀ ਆਪਣੇ ਕੋਲ ਰੀਅਲ ਪਾਰਟ, ਇਸ ਨੂੰ Z ਨਾਲ ਮੈंने ਨੇਮ ਦਿੱਤਾ, ਤਾਂ ਇਸ ਨੂੰ RE ਮਤਲਬ ਰੀਅਲ ਪਾਰਟ ਆਫ Z ਕੀ ਆ ਗਿਆ ਆਪਣੇ ਕੋਲ ਬੱਚੇ, 7 ਆ ਗਿਆ, ਐਂਡ ਇਮੇਜਨਰੀ ਪਾਰਟ ਆਫ Z ਕਿੰਨਾ ਆ ਗਿਆ ਆਪਣੇ ਕੋਲ ਬੱਚੇ, 0। ठीक है, आ अपना इमेजनरी पार्ट है, अपना रियल पार्ट है। नैक्सट बच्चे अपने को है सैकेंड क्वेश्चन, √5/7 ओएटा, इसका भी रियल एंड इमेजनरी पार्ट फाइंड करना है। तो इसनों पहला कन्वर्ट करो कंपलैक्स नंबर की फॉर्म दे, जिसनों आप की राइट कर सकते हैं 0 + ओएटा √5/7 एज इट इज। तो यह अपना रियल हो गया, ये रियल हो गया, एंड एक ही हो गया अपने को इमेजनरी, जिवें आपां ने इस क्वेश्चन च करिया। सेम इस दे नाल दे सारे क्वेश्चन ने वो तुसीं खुद ट्राई करोगे नोटबुक चो। नैक्सट अपने को हैगा 6th पार्ट। ठीक है, 3rd 4th 5th सारे सेम इसी टाइप दे ही ने कि रियल एंड इमेजनरी पार्ट आपां ने ट्राई करने ने। ठीक है, फाइंड करने ने, वो तुसीं खुद ट्राई करोगे, ट्राई योरसेल्फ। 6th क्वेश्चन है बच्चे अपने को जो कि इंपॉर्टेंट भी है। 6th क्वेश्चन, फाइंड रियल नंबर्स x and y such that 3x plus 2 iota y minus iota x plus 5y is equal to 7 plus 5 iota। ये अपने को टर्म है। हुण इसका रियल नंबर x एंड y सच दैट अपने x एंड y दी वैल्यूज फाइंड करनियां ने इस इक्वेशन नु सॉल्व करके। हुण ये इक्वेशन दोने इक्वल च ने ते ये फॉर्म्स भी किहड़ियां ने, इन्हां च ओएटा इन्वॉल्व कर रही ने, तो कंपलैक्स नंबर दी फॉर्म्स ने। ये तो स्टैंडर्ड फॉर्म च ही है, रियल नंबर भी दिख रहा है एंड कंपलैक्स आपां नूं इमेजनरी नंबर भी पता लग रहा है क्योंकि ये x प्लस ओएटा y की है कंपलैक्स नंबर की फॉर्म। बट ये आपां नूं स्टैंडर्ड फॉर्म नहीं दिख रही, कितने तो रियल आ गया फिर ओएटा फिर रियल, तो मतलब स्टैंडर्ड फॉर्म तो है नहीं। स्टैंडर्ड फॉर्म तो अपनी किहड़ी हुंदी है, x प्लस ओएटा y दी। तो इस लैफ्ट हैंड साइड नूं तो पहले आपां कन्वर्ट करांगे स्टैंडर्ड फॉर्म दे विच, फिर उस तो बाद की अपने कोल इक्वेशन का साइन है, तो इक्वेट करना हुणी मैं तुहानूं दस्सिया सी कि रियल पार्ट रियल नाल इक्वेट होंदे ने एंड इमेजनरी पार्ट इमेजनरी नाल, फिर उत्थों अपने कोल x एंड y दी वैल्यूज आ जाणगियां। देखो बच्चे किवें करना है। फर्स्टली तो जो 3x है प्लस 5y ये दोनों की ने रियल पार्ट ने। ये रियल क्यों नहीं, क्योंकि इन्हां नाल ओएटा नहीं है। तो 3x प्लस 5y नूं अलग कर लो
ਐਂਡ ਜੋ ਓਇਟਾ ਵਾਲੀ ਟਰਮਸ ਨੇ ਉਸ ਨੂੰ ਅਲੱਗ ਕਰ ਲਓ ਤੇ ਉਹਨਾਂ ਦੇ ਵਿੱਚੋਂ ਓਇਟਾ ਕੀ ਲੈ ਲਓ, ਕਾਮਨ ਲੈ ਲਓ। ਇਹਨਾਂ ਦੋਨਾਂ ਟਰਮਸ ਚੋਂ ਓਇਟਾ ਆਪਾਂ ਨੇ ਕਾਮਨ ਲੈ ਲਿਆ, ਦੈਨ ਰਿਮੇਨਿੰਗ ਕੀ ਰਹਿ ਗਿਆ 2y ਮਾਈਨਸ x इज इक्वल टू 7 प्लस 5 ओइटा एज इट इज राइट हैंड साइड वाला। ਹੁਣ ਬੱਚੇ ਆ ਕਲੀਅਰਲੀ ਦਿਖ ਰਿਹਾ ਕਿ ਆਹ ਆਪਣੇ ਕੋਲ ਰੀਅਲ ਪਾਰਟਸ ਹੋ ਗਏ, ਆਹ ਆਪਣੇ ਕੋਲ ਕੀ ਹੋ ਗਏ ਇਮੇਜਿਨਰੀ ਪਾਰਟ। x ਪਲਸ ਓਇਟਾ y ਸਟੈਂਡਰਡ ਫਾਰਮ ਬਣ ਗਈ ਨਾ, ਇਹ ਪੂਰਾ x ਨਾਲ ਕੰਪੇਅਰ ਕਰਕੇ ਦੇਖੋ ਇਸ ਦੇ ਨਾਲ, x ਆ ਪੂਰਾ ਆਪਣੇ ਕੋਲ x ਬਣ ਗਿਆ, ਆ ਓਇਟਾ ਐਜ਼ ਇਟ ਇਜ਼, ਆ y ਦਾ y ਬਣ ਗਿਆ ਲਾਈਕ, ਠੀਕ ਹੈ। ਤਾਂ ਇਹ ਆਪਣੇ ਕੋਲ ਹੁਣ ਸਟੈਂਡਰਡ ਫਾਰਮ ਚ ਆ ਗਿਆ। ਇਹ ਵੀ ਆਪਣੇ ਕੋਲ ਕੰਪਲੈਕਸ ਨੰਬਰ ਹੈ ਤੇ ਇਹ ਵੀ ਆਪਣੇ ਕੋਲ ਕੰਪਲੈਕਸ ਨੰਬਰ ਹੈ। ਐਂਡ ਜਦੋਂ ਆਪਾਂ ਕੰਪੇਅਰਿੰਗ ਕਰਾਂਗੇ ਤਾਂ ਕੀ ਹੋਊਗਾ, ਰੀਅਲ ਪਾਰਟ ਰੀਅਲ ਨਾਲ ਕੰਪੇਅਰ ਹੋਊਗਾ। ਦੈਨ ਕੰਪੇਅਰਿੰਗ ਕਰਨ ਤੇ ਰੀਅਲ ਪਾਰਟਸ ਆ ਜਾਊਗਾ 3x plus 5y is equal to 7 which is our first equation and second 2y minus x is equal to 5 ਇਹ ਆਪਣੇ ਕੋਲ ਇਮੇਜਿਨਰੀ ਪਾਰਟ ਹੈ which is second equation। ਹੁਣ ਇਹਨਾਂ ਦੋਨਾਂ ਨੂੰ ਸੋਲਵ ਕਰਕੇ ਫਸਟ ਤੇ ਸੈਕਿੰਡ ਨੂੰ ਆਪਾਂ x ਐਂਡ y ਨੇ ਵੈਲਿਊਜ਼ ਫਾਈਂਡ ਕਰਨੇ ਨੇ। ਇਹ ਤੁਹਾਡਾ ਪ੍ਰੀਵੀਅਸ ਲਾਈਕ 10th ਕਲਾਸ ਦਾ ਹੀ ਕੰਮ ਹੈ ਕਿ ਇਸ ਨੂੰ ਜਿਹੜਾ ਮਰਜ਼ੀ ਮੈਥਡ ਅਪਲਾਈ ਕਰ ਦਿਓ ਬੱਚੇ, ਚਾਹੇ ਤਾਂ elimination ਮੈਥਡ, ਚਾਹੇ ਸਬਸਟੀਟਿਊਸ਼ਨ ਮੈਥਡ, ਵਟਐਵਰ ਜੋ ਵੀ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਹ ਕਰ ਸਕਦੇ ਹੋ। ਮੈਂ ਇੱਥੇ ਸਬਸਟੀਟਿਊਸ਼ਨ ਦੀ ਹੈਲਪ ਨਾਲ ਕਰ ਦਿੰਦਾ। ਲਾਈਕ ਫਰੋਮ ਸੈਕਿੰਡ ਇਕੁਏਸ਼ਨ ਦੇ ਵਿੱਚੋਂ ਮੈंने ਕੀ ਕਰ ਲਈ, x ਦੀ ਵੈਲਿਊ ਫਾਈਂਡ ਕਰ ਲਈ, ਠੀਕ ਹੈ। ਇਹ ਸੈਕਿੰਡ ਇਕੁਏਸ਼ਨ ਦੇ ਵਿੱਚੋਂ ਫਰੋਮ ਇਕੁਏਸ਼ਨ ਸੈਕਿੰਡ, ਤਾਂ ਹੁਣ ਇਸ ਨੂੰ ਪੁੱਟ ਕਰਤਾ ਫਸਟ ਦੇ ਵਿੱਚ, ਪੁੱਟ ਦਾ ਵੈਲਿਊ ਆਫ x ਇਨ ਇਕੁਏਸ਼ਨ ਫਸਟ ਇਕੁਏਸ਼ਨ ਚ ਆਪਾਂ ਨੇ ਪੁੱਟ ਕਰਤੀ ਵੈਲਿਊ। ਦੈਨ 3x ਦੀ ਵੈਲਿਊ ਕਿੰਨੀ ਆ ਬੱਚੇ ਆਪਣੇ ਕੋਲ 2y minus 5 plus 5y is equal to 7। then 3 to 6y minus 15 plus 5y is equal to 7। then कितना आ गया बच्चे 6y plus 5y कितना हो गया 11y minus 15 is equal to 7। then 11y is equal to 7 plus 15 बच्चे कितना आ गया अपने कोल 22। ਤਾਂ 11y 22 upon 11 ਹੀ ਕੈਂਸਲ ਆਊਟ ਕਰਕੇ ਆਪਣੇ ਕੋਲ y ਦੀ ਵੈਲਿਊ ਕਿੰਨੀ ਆ ਗਈ ਬੱਚੇ 2 ਵੈਲਿਊ ਆ ਗਈ y ਦੀ। ਹੁਣ ਇਹ ਵੈਲਿਊ ਪੁੱਟ ਕਰ ਦਿਓ ਇਸ ਇਕੁਏਸ਼ਨ ਦੇ ਵਿੱਚ, ਇਸ ਨੂੰ ਨੇਮ ਦੇਤਾ ਆਪਾਂ ਨੇ ਥਰਡ ਇਕੁਏਸ਼ਨ ਦਾ। ਦੈਨ ਆਪਣੇ ਕੋਲ x ਦੀ ਵੈਲਿਊ ਵੀ ਆ ਜੂਗੀ। ਪੁੱਟ ਦਾ ਵੈਲਿਊ ਆਫ y ਇਨ ਇਕੁਏਸ਼ਨ ਥਰਡ ਇਕੁਏਸ਼ਨ ਚ ਪੁੱਟ ਕਰਾਂਗੇ ਆਪਣੇ ਕੋਲ। then 2 multiply 2 minus 5 is equal to x, 4 minus 5 is equal to x, minus 1 is equal to x। ਤਾਂ ਆਪਣੇ ਕੋਲ x ਦੀ ਵੈਲਿਊ ਕਿੰਨੀ ਆ ਗਈ ਬੱਚੇ -1 ਆ ਗਈ। hence x -1 and y 2 ਇਹੀ ਆਪਾਂ ਨੇ ਫਾਈਂਡ ਕਰਨਾ ਸੀ। Next 9th question बच्चे, and this is last question of this lecture, that is find the value x and y if 3x plus 2x minus y ओएटा is equal to 6 minus 3 ओएटा। ਹੁਣ ਸੇਮ ਪ੍ਰੀਵੀਅਸ ਕੁਐਸਚਨ ਲਾਈਕ ਕਿ ਇਸ ਨੂੰ ਕੰਪਲੈਕਸ ਫਾਰਮ ਚ ਹੈ, ਇਹ ਤਾਂ ਬੱਚੇ ਸਟੈਂਡਰਡ ਫਾਰਮ ਚ ਹੈ ਆਪਣੇ ਕੋਲ ਕੰਪਲੈਕਸ ਨੰਬਰ ਦੀ, ਤੇ ਇਹ ਵੀ ਆਪਣੇ ਕੋਲ ਸਟੈਂਡਰਡ ਫਾਰਮ ਚ ਹੀ ਹੈ ਕਿਉਂਕਿ ਇਹ ਰੀਅਲ ਪਾਰਟ ਅਲੱਗ ਦਿਖ ਰਿਹਾ ਐਂਡ ਓਏਟਾ ਵਾਲੀ ਟਰਮ ਅਲੱਗ ਦਿਖ ਰਿਹਾ। ਤਾਂ ਜਸਟ ਇਸ ਨੂੰ ਕੰਪੇਅਰ ਕਰੋ ਐਂਡ ਉੱਥੋਂ x ਦੇ y ਦੀਆਂ ਵੈਲਿਊਜ਼ ਆ ਜਾਣਗੀਆਂ। ਕੰਪੇਅਰਿੰਗ ਰੀਅਲ and imaginary part, (3x is equal to 6 because left hand side ਦਾ real part ਕਿਹੜਾ 3x and right hand side ਦਾ real part ਕਿਹੜਾ ਆਪਣੇ ਕੋਲ 6। ਤਾਂ ਉੱਥੋਂ x ਦੀ ਵੈਲਿਊ ਆ ਗਈ ਆਪਣੇ ਕੋਲ 2। next when we compare imaginary part 2x minus y is must be equal to -3
not only 3, this is minus 3, because our standard form of complex number x plus iota y, here the plus sign and this is the negative sign, so negative sign also equal to 2x minus y। then ਇੱਥੋਂ ਬੱਚੇ ਆਪਣੇ ਕੋਲ x ਦੀ ਵੈਲਿਊ ਤਾਂ ਆਪਾਂ ਨੂੰ ਆਲਰੇਡੀ ਪਤਾ ਹੀ ਲੱਗ ਗਈ ਕਿ ਕਿੰਨੀ ਹੈ 2 ਹੈ, ਤਾਂ ਇਹ ਵੈਲਿਊ ਪੁੱਟ ਕਰਕੇ y ਦੀ ਵੈਲਿਊ ਫਾਈਂਡ ਕਰ ਲਓ। ਜਸਟ ਇੱਥੇ x ਦੀ ਵੈਲਿਊ ਪੁੱਟ ਕਰੋ ਐਂਡ -3 4 minus y is equal to -3 and minus y is equal to -3 -4 ਆ ਇਸ ਸਾਈਡ ਸ਼ਿਫਟ ਕਰਤਾ, ਇਹ ਤਾਂ ਤੁਹਾਨੂੰ ਆਉਂਦਾ ਹੀ ਹੋਊਗਾ ਹੁਣ। y is equal to 7 ਤਾਂ x 2 ਆ ਗਿਆ ਆਪਣੇ ਕੋਲ, hence x is 2 and y is 7। ठीक है, तो इतना की सी बस आज का सैशन, तो इसके जोड़े रिमेनिंग पार्ट रह गए मैं सेंड कर दूँ बच्चे थोनों, तो तुसी वो सारे ट्राई करके देखियो। जेड़ा कोई डाउट आता है वो तुसी मैनू WhatsApp ते सेंड कर सकते हो। थैंक्स टू एवरीवन।